ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਬਟੇ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मेरे ਵੱਲੋਂ ਵੀ ਆਪ ਜੀ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ ਹੈ? ਬੜੀ ਕਿਰਪਾ ਜੀ ਤੇ ਇੱਕ ਚਰਚਾ ਜਿਹੜੀ ਕੁਝ ਦਿਨਾਂ ਤੋਂ ਚੱਲੀ ਹੋਈ ਹੈ, ਬਸ ਇੱਕੋ ਹੀ ਖਬਰ ਹੈ, ਲਾਰੈਂਸ ਬਿਸ਼ਨੋਈ ਗਰੁੱਪ ਨੇ ਜ਼ਿੰਮੇਵਾਰੀ ਲਈ ਸਿੱਧੂ ਮੂਸੇਵਾਲੇ ਦਾ ਕਤਲ ਕੇਸ ਵਿੱਚ ਕਿਸੇ ਵੀ ਪ੍ਰਕਾਰ ਦੀ ਸ਼ਮੂਲੀਅਤ ਹੋਣ ਤੋਂ ਇਨਕਾਰ। ਮਾਨਸਾ ਅਦਾਲਤ ਨੇ 7 ਦਿਨ ਦਾ ਰਿਮਾਂਡ। ਬਿਸ਼ਨੋਈ ਨੇ ਆਪਣੇ ਗੁਰਗਿਆਂ ਨੂੰ ਪਛਾਣਨ ਤੋਂ ਕੀਤਾ ਇਨਕਾਰ। ਕਹਾਣੀ ਕਿੱਧਰ ਨੂੰ ਜਾ ਰਹੀ ਹੈ ਸਮਝ ਤੋਂ ਬਾਹਰ ਹੈ, ਪਰ ਕੀ ਇਸ ਕੇਸ ਦਾ ਕੁਝ ਬਣੇਗਾ ਜਾਂ ਫਿਰ ਜਿਹੜੇ ਹਾਈ ਪ੍ਰੋਫਾਈਲ ਕੇਸ ਨੇ ਉਹਨਾਂ ਦੀ ਵਾਂਗੂ ਹੀ ਇਹ ਅੱਜ ਹੋਰ ਤੇ ਕੱਲ ਹੋਰ ਤੇ ਪਰਸੋਂ ਹੋਰ? ਹਾਂਜੀ, ਸਾਡੇ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਨੇ ਸਰਦਾਰ ਪ੍ਰਤਾਪ ਸਿੰਘ ਭਾਜਪਾ ਦੇ ਸਾਬਕਾ ਮੰਤਰੀ, ਉਹਨਾਂ ਕਿਹਾ ਜੀ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿਣਾ, ਬੜੀ ਜ਼ਿੰਮੇਵਾਰੀ ਨਾਲ ਜਿਹੜੀ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਨੇ ਉਹਨਾਂ ਦੇ ਬਕਾਇਦਾ ਤੌਰ ਤੇ ਗੈਂਗਸ ਨਾਲ ਸੰਬੰਧ, ਬੜਾ ਵੱਡਾ ਇਲਜ਼ਾਮ ਹੈ। ਪੱਤਰਕਾਰ ਨੇ ਫਿਰ ਪੁੱਛਿਆ ਤੁਸੀਂ ਬੜਾ ਦਵਾਂਦਾ, ਬਿਲਕੁਲ ਲਾ ਰਿਹਾ ਦੋਸ਼ ਨੇ, ਸੋਚ ਸਮਝ ਕੇ ਲਾ ਰਿਹਾ, ਦੇਖੋ ਕਿ ਮੈਂ ਦੋਸ਼ ਲਾ ਰਿਹਾ। ਉਹ ਕਹਿੰਦੇ ਜਿਹੜੀ ਐਂਟੀ ਗੈਂਗਸ ਟਾਸਕ ਫੋਰਸ ਬਣਾਈ ਆ, ਅੱਜ ਤੱਕ ਉਹਦੀ ਪ੍ਰਾਪਤੀ ਕੀ ਹੈ ਤੁਹਾਨੂੰ ਦੱਸ ਦਿਓ। ਦੂਸਰੀ ਗੱਲ, ਲਾਰੈਂਸ ਬਿਸ਼ਨੋਈ ਦੀ ਬਕਾਇਦਾ ਤੌਰ ਤੇ ਸਕੂਲਿੰਗ ਕੀਤੀ ਗਈ ਦਿੱਲੀ ਪੁਲਿਸ ਵੱਲੋਂ, ਦਿੱਲੀ ਦੀ ਕ੍ਰਾਈਮ ਬ੍ਰਾਂਚ ਵੱਲੋਂ। ਜੋ ਉਹਨੂੰ ਸਮਝਾਇਆ ਗਿਆ ਉਹਨੇ ਆ ਕੇ ਇੱਥੇ ਉਹੀ ਬੋਲਣਾ, ਦੂਜਾ ਕੁਛ ਨਹੀਂ। ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਬਕਾਇਦਾ ਤੌਰ ਤੇ ਜਦੋਂ ਜੇਲ੍ਹ ਮੰਤਰੀ ਆ ਰਹੇ ਨੇ, ਉਹਨੇ ਆਪਣੇ ਤਜਰਬੇ ਸਾਂਝਾ ਕਰਦੀ ਨਿਕਲ ਗਈ ਸੀ ਵੀ ਜਿਹੜੇ ਗੈਂਗਸ ਨੇ ਇਹਨਾਂ ਦੇ ਪਿੱਛੇ ਸਾਡੀਆਂ ਸਰਕਾਰੀ ਏਜੰਸੀਆਂ ਖੜੀਆਂ। ਬਿਸ਼ਨੋਈ ਨੂੰ ਇੱਥੋਂ ਜਿਹੜਾ ਸੀ ਦਿੱਲੀ ਖੜਨ ਦਾ ਮਤਲਬ ਸਿਰਫ ਇਹੀ ਸੀਗਾ ਕਿ ਉਹ ਨਾ ਕੁਛ ਸੇਫ ਰਹੇ। ਮੋਬਾਈਲ ਕੌਣ ਸਪਲਾਈ ਕਰਦਾ ਇਹਨਾਂ, ਇਹ ਏਜੰਸੀਆਂ ਸਪਲਾਈ ਕਰਦੇ, ਅਸੀਂ ਨਹੀਂ ਕਹਿ ਰਹੇ। ਇਹ ਸੁਖਜਿੰਦਰ ਸਿੰਘ ਰੰਧਾਵਾ ਦੇ ਦੋਸ਼ ਸੀ, ਤੇ ਜਦੋਂ ਇੱਥੋਂ ਤੱਕ ਦੋਸ਼ ਜਿਹੜੇ ਜ਼ਿੰਮੇਵਾਰ ਵਿਅਕਤੀ ਲਾ ਰਹੇ ਨੇ, ਤੇ ਫਿਰ ਆਪਾਂ ਕਿੱਥੋਂ ਇਨਸਾਫ ਦੀ ਆਸ ਕਰ ਲਾਂਗੇ ਜੀ? ਮੈਂ ਨਹੀਂ ਕਹਿੰਦਾ, ਮੇਰੀ ਆਪਣੀ ਥਿੰਕਿੰਗ ਆ ਕਿ ਇਹਨਾਂ ਕੇਕੜੇ ਛੇਕੜੇ ਵਰਗੇ ਨੇ ਇਸ ਵੱਧ ਕੇ ਕੇਸ ਤੇ ਕੰਮ ਤਮਾਮ ਕਰਦਾ। ਇਹੋ ਜਿਹੀ ਸਿਚੁਏਸ਼ਨ ਬਣਨੀ ਚਾਹੀਦੀ। ਲਾਰੈਂਸ ਬਿਸ਼ਨੋਈ ਨੂੰ ਤੁਸੀਂ ਲੈ ਕੇ ਆਏ ਹੋ, ਅਜੇ ਤੱਕ ਕੰਕਰੀਟ ਸਿੱਟੇ ਤੇ ਤਿੰਨਾਂ ਦਿਨਾਂ ਤੁਸੀਂ ਕਿਤੇ ਨਹੀਂ। ਜਿਹੜੇ 2 ਬੰਦੇ ਤੁਸੀਂ ਫੜੇ ਸੀਗੇ ਉਹ ਸਾਹਮਣੇ ਬਿਠਾ ਦਿੱਤੇ ਤੇ ਉਹਨਾਂ ਕਿਹਾ ਜੀ ਸਾਡੀ ਈਅਰ ਕਾਲਨ ਹੁੰਦੀ ਸੀ, ਗੋਲਡੀ ਕਰਾਉਂਦਾ ਸੀ ਵੀ ਇਹ ਬਿਸ਼ਨੋਈ ਬੋਲ ਰਿਹਾ ਵਾ, ਇਹਦੇ ਬਾਅਦ ਸਾਡੀ ਕੋਈ ਗੱਲ ਨਹੀਂ ਸੀ। ਤੇ ਜਦੋਂ ਉਹਦੇ ਸਾਹਮਣੇ ਬਿਠਾਇਆ ਇਹਨਾਂ ਨੂੰ, ਉਹ ਕਹਿੰਦਾ ਬਿਸ਼ਨੋਈ ਕਹਿੰਦਾ ਮੈਂ ਤਾਂ ਪਛਾਣਦਾ ਨਹੀਂ ਬੰਦੇ ਕੌਣ। ਔਰ ਉਹਨੇ ਦਾਅਵੇ ਨਾਲ ਇੰਨੀ ਗੱਲ ਕਹੀ ਆ ਵੀ ਮੇਰਾ ਮੂਸੇਵਾਲੇ ਕਤਲ ਕਾਂਡ ਦੇ ਵਿੱਚ ਕੋਈ ਹੱਥ ਨਹੀਂ। ਇੱਥੋਂ ਤੱਕ ਗੱਲ ਕਹਿਤੀ ਤੇ ਬਾਕੀ ਕੀ ਰਹਿ ਗਿਆ? ਬਾਕੀ ਤੇ ਹਸਪਤਾਲ ਕਿਤੇ। ਬਟ ਸਾਹਿਬ, ਗੁਰਿੰਦਰ ਬੋਰਾ ਹੁਸ਼ਿਆਰਪੁਰ ਜੇਲ੍ਹ ਚ ਬੰਦਾ 9 ਉੱਤੇ ਕੇਸ ਦਰਜ ਨੇ। ਗੋਲਡੀ ਦਾ ਭਣੋਈਆ ਲੱਗਦਾ, ਉਹਨੂੰ ਬਕਾਇਦਾ ਤੌਰ ਤੇ ਲਿਆ ਕੇ ਬਿਸ਼ਨੋਈ ਦੇ ਸਾਹਮਣੇ ਪੁੱਛਗਿੱਛ ਕੀਤੀ। ਕਹਿੰਦਾ ਮੈਨੂੰ ਪਤਾ ਹੀ ਨਹੀਂ ਕੌਣ ਨਹੀਂ, ਮੈਂ ਤਾਂ ਤੂੰ ਕਾਹਨੂੰ ਜਵਾਬ ਦੇਣਾ। ਇਸ ਕਰਕੇ ਲੱਗਦਾ ਨਹੀਂ ਕਿ ਸਿੱਧੂ ਮੂਸੇਵਾਲੇ ਦੇ ਕੇਸ 'ਚ ਕੋਈ ਇਨਸਾਫ ਦੀ ਕਿਰਨ ਦਿਖਾਈ ਦੇਵੇ। ਤੇ ਸਾਡੇ ਲਾਲਾ ਜੀ ਕਹਿ ਗਏ ਨੇ ਕੱਲ, ਪੰਜਾਬ ਦੇ ਵਿੱਚ ਤੁਸੀਂ ਖਾਤਮਾ ਕਰਤਾ ਜੀ, ਗੈਂਗਸ ਤੇ ਹੈ ਹੀ ਕੋਈ ਨਹੀਂ। ਹੁਣ ਗਾ ਤੁਸੀਂ ਆਪ ਹਿਸਾਬ ਲਾ ਲਓ ਕਿ ਗੱਲ ਕਿਹੜੇ ਪਾਸੇ ਜਾ ਰਹੀ ਹੈ। ਕੀ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਇਨਸਾਫ ਮਿਲ ਸਕੂਗਾ? ਕੀ ਸਹੀ ਦੋਸ਼ੀ ਫੜੇ ਜਾਣਗੇ? ਅੱਜ 17-18 ਦਿਨ ਹੋ ਗਏ, ਇੱਕ ਵੀ ਸ਼ੂਟਰ ਇੱਥੇ ਗ੍ਰਿਫਤਾਰ ਨਹੀਂ ਕੀਤਾ ਜੀ। ਹਥਿਆਰ ਆਏ ਕਿੱਥੋਂ, ਗਏ ਕਿੱਥੋਂ, ਅਸੀਂ ਉਸ ਦਿਨ ਦੇ ਹੀ ਕਹਿ ਰਹੇ ਹਾਂ। ਅਸੀਂ ਨਾ ਚੀਕਾਂ ਮਾਰ ਕੇ ਤੇ ਉਹ ਹਿੰਟ ਜੇ ਬਣਾ ਕੇ ਵੀਡੀਓ ਨਹੀਂ ਪਾਉਂਦੇ ਜਿਹਦੇ ਵਿੱਚੋਂ
ਪੁੱਟਿਆ ਪਹਾੜ ਤੇ ਨਿਕਲਿਆ ਚੂਹਾ। ਅਸੀਂ ਗੱਲ ਕਰਦੇ ਹਾਂ ਸੰਜੀਦਾ ਤੱਥਾਂ ਦੇ ਆਧਾਰ ਤੇ। ਪਹਿਲੇ ਦਿਨ ਹੀ ਇੱਕ ਵੀਡੀਓ ਆਈ, ਮੈਂ ਉਦਣ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਵੀ ਜੇ ਚੋਰ ਨੂੰ ਫੜਨਾ, ਜਿਹੜੀ ਔਰਤ ਨੇ ਕਿਹਾ ਕਿ ਇਹਨੇ ਫੋਨ ਕੀਤਾ ਹੈ ਵੀ ਨਿਕਲ ਗਿਆ, ਉਹ ਸੈਲਫੀ ਲੈਣ ਵਾਲੇ ਨੂੰ ਫੜੋ, ਉਹ ਤੋਂ ਪੁੱਛਗਿੱਛ ਕਰੋ ਤੂੰ ਕਿਹਦੇ ਕਹਿਣ ਦੇ ਉੱਤੇ ਕਿਹਨੂੰ ਫੋਨ ਕੀਤਾ। ਉਹ ਪਤਾ ਲੱਗ ਗਿਆ ਕਿ 15,000 ਉਹ ਕੇਕੜਾ। ਹੁਣ ਕੇਕੜੇ ਨੇ ਕਿਹਨੂੰ ਫੋਨ ਕੀਤਾ, ਉਹ ਗਾਂ ਕਿਹਦੇ ਨਾਲ ਲਿੰਕ ਰੱਖਦਾ, ਦੁੱਧ ਦਾ ਦੁੱਧ ਪਾਣੀ ਦਾ ਪਾਣੀ। ਚੋਰ ਤਾਂ ਤੁਹਾਡੇ ਸਾਹਮਣੇ ਪਿਆ। ਕਿਉਂ ਭੱਟੀ ਸਾਹਿਬ? ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਕੇਕੜੇ ਨੇ ਕਹਿਤਾ ਜੀ ਮੈਨੂੰ ਤੇ ਕਿਹਾ ਸੀ ਕੁੱਟਮਾਰ ਕਰਨੀ, ਮੈਨੂੰ ਇਹ ਮਾਰਨ ਵਾਸਤੇ ਕਹੀ ਨਹੀਂ ਸੀ। ਹੁਣ ਕੇਕੜਾ ਜੇਲ੍ਹ ਚਲਾ ਗਿਆ। ਨਹੀਂ, ਕੁੱਟਮਾਰ ਕਰਨ ਵਾਸਤੇ ਕਿਹਾ, ਪਰ ਕਿਉਂ ਕਿਹਾ? ਕੁੱਟਮਾਰ ਕਰਨੀ ਕਿੰਨਾ ਨੇ ਸੀ, ਕਿਉਂ ਕਰਨੀ ਸੀ? ਸਵਾਲ ਤੇ ਹੈ ਨਾ ਵੀ ਕਿੰਨੇ ਕਿਹਾ ਸੀ ਕੁੱਟਮਾਰ ਕਰਨੀ ਆ। ਉਦੋਂ ਗਾਂ ਉਹਨੂੰ ਅਗਲਿਆਂ ਨੇ ਕੀ ਸੁਨੇਹਾ ਦਿੱਤਾ ਸੀ, ਉਹ ਕਿਹੜੇ ਸਨ? ਮਸਲਾ ਤੇ ਜੜ ਤੱਕ ਜਾਣ ਦਾ। ਬਿਲਕੁਲ 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 ਗੱਲ ਤੇ ਲਿੰਕ ਜੋੜਨ ਦੀ ਹੈ ਜੀ। ਵੇਖੋ ਜੀ, ਗੱਲ ਤੇ ਲਿੰਕ ਜੋੜਨ ਦੀ ਆ, ਗੱਲ ਤੇ ਮਸਲੇ ਦੀ ਤਹਿ ਤੱਕ ਜਾਣਦੀ ਆ। ਆਹ ਬੰਦਾ ਕਹਿੰਦਾ ਕਿ ਮੈਂ ਫਲਾਣੇ, ਅੱਛਾ ਤੁਸੀਂ ਆਪਣੇ ਬੱਚੇ ਨੂੰ ਕਹਿੰਦੇ ਹੋ ਵੀ ਜਾ ਬੇਟਾ ਆਪਣਾ ਹਿਸਾਬ ਚੱਲਦਾ ਦੁਕਾਨ ਤੇ ਲੈ ਆ ਉੱਥੋਂ ਗਰੋਸਰੀ, ਹਨਾ, ਸੌਦਾ ਪੱਤਾ। ਜੀ ਜੀ ਸੌਦਾ ਪੱਤਾ ਲੈ ਕੇ ਉਹ ਤੁਹਾਨੂੰ ਲਿਆ ਕੇ ਦਿੰਦਾ ਨਾ, ਤੇ ਜਦੋਂ ਸੌਦਾ ਪੱਤਾ ਲਿਆ ਕੇ ਰਾਹ ਦੇ ਵਿੱਚ ਜਾਂ ਵੇਚ ਆਉਂਦਾ ਜਾਂ ਲਿਆਉਂਦਾ ਹੀ ਨਹੀਂ, ਤੇ ਉਹ ਤੁਸੀਂ ਹਿਸਾਬ ਕਿਤਾਬ ਕਰਦੇ ਆ ਵੀ ਕੌਣ ਲੈ ਗਿਆ, ਤੁਸੀਂ 1 ਮਿੰਟ ਦੇ ਵਿੱਚ ਪਤਾ ਕਰ ਲੋਗੇ। ਇੱਥੇ ਵੀ ਇਹੀ ਚੀਜ਼ ਆ। ਗੱਲ ਤੇ ਆ ਵੀ ਉਸ ਬੰਦੇ ਨੇ ਰੇਕੀ ਕੀਤੀ, ਕਿਹਦੇ ਕਹਿਣ ਤੇ ਕੀਤੀ? ਕੁੱਟਮਾਰ ਕਰਨ ਵਾਸਤੇ ਕੀਤੀ, ਪਰ ਕਿਉਂ ਕੀਤੀ ਤੇ ਕਿਹਦੇ ਲਈ ਕੀਤੀ? ਦੈਟਸ ਅ ਬਿਗ ਕੁਐਸਚਨ। ਉਦੋਂ ਗੱਲ ਲਿੰਕ ਜੋੜਦੇ ਨੇ ਆਪੇ ਹੀ, ਪਰ ਜੇ ਜੜ ਤੱਕ ਪਹੁੰਚਣਾ ਹੋਵੇ ਤੇ ਸਰਕਾਰਾਂ ਪਹੁੰਚ ਸਕਦੀਆਂ ਨੇ। ਖੈਰ, 9058131320 905 ਅਗੇਨ ਮਾਂ ਦਾ ਪੁੱਤ ਚਲਾ ਗਿਆ। ਅੱਛਾ ਭੱਟੀ ਸਾਹਿਬ, ਇੱਕ ਸਵਾਲ ਉੱਠਦਾ ਹੈ ਸੋਸ਼ਲ ਨੈਟਵਰਕ ਮੀਡੀਆ ਤੇ, ਜਾਂ ਜਿਹੜਾ YouTube ਮੀਡੀਆ ਜਾਂ ਫੇਸਬੁੱਕ ਮੀਡੀਆ ਜਾਂ ਬਹੁਤ ਸਾਰੇ ਚੈਨਲ ਨੇ, ਉਹ ਬਹੁਤ ਕੁਝ ਇਹੋ ਜਿਹਾ ਉਹਨਾਂ ਬਾਰੇ ਵੀ ਵਾਹਿਯਾਤ ਲਿਖਣਾ ਸ਼ੁਰੂ ਕਰਤਾ। ਇੱਕ ਗਰੁੱਪ ਨੇ ਦੂਜਿਆਂ ਗਰੁੱਪਾਂ ਦੇ ਖਿਲਾਫ। ਚੰਗੀ ਗੱਲ ਨਹੀਂ ਗੀ ਵੈਸੇ ਉਹ। ਇਹ ਜਿਹੜਾ ਲਾਰੈਂਸ ਬਿਸ਼ਨੋਈ ਦਾ ਆਪਾਂ ਹੁਣੇ ਗੱਲ ਕੀਤੀ ਹੈ ਕਿ ਸਿੱਧੂ ਮੂਸੇਵਾਲ ਦੇ ਕਤਲ ਵਿੱਚ ਕਿਸੇ ਪ੍ਰਕਾਰ ਦੀ ਸ਼ਮੂਲੀਅਤ ਹੋਣ ਤੋਂ ਇਨਕਾਰ, ਇਹ ਸੋਰਸ ਕੀ ਆ? ਕੀ ਇਹ ਸਰਕਾਰ ਵੱਲੋਂ ਸਟੇਟਮੈਂਟ ਹੈ, ਕੋਈ ਪੁਲਿਸ ਵੱਲੋਂ ਸਟੇਟਮੈਂਟ, ਕਿਸੇ ਅਖਬਾਰ ਦੇ ਵਿੱਚ? ਸਰਕਾਰ ਵੱਲੋਂ ਕੋਈ ਸਟੇਟਮੈਂਟ ਨਹੀਂ ਜੀ। ਆਮ ਤੌਰ ਤੇ ਸੋਰਸ ਕਹਿ ਦਿੰਦਾ। ਆਪ ਸੋਰਸ ਕਹਿ ਦਿੰਦਾ। ਇਹੋ ਜਿਹੀ ਖਬਰਾਂ ਜਦੋਂ ਕੁਛ ਨਾ ਕਰਨਾ ਹੋਵੇ ਜੀ, ਇਹ ਪੁਲਿਸ ਅਫਸਰ ਆਪ ਲੀਕ ਕਰਦੇ, ਆਪ ਕਿਸੇ ਨੂੰ ਕਹਿ ਦਿੰਦੇ ਆ, ਆਪ ਪਤਾ ਲੱਗਾ ਯਾਰ ਕੁਛ ਪਤਾ ਕੀਤੀ ਆਪ। ਗੱਲ ਫਿਰ ਉੱਥੇ ਹੁੰਦੀ ਆ ਕਿ ਸੰਜੀਦਗੀ ਨਾਲ ਜਿਹੜੀ ਆ ਇਸ ਕੇਸ ਦੀ ਜਿਹੜੀ ਆ ਉਹ ਇਨਵੈਸਟੀਗੇਸ਼ਨ ਨਹੀਂ ਹੁੰਦੀ। ਸ਼ੁਰੂ ਤੋਂ ਪੰਗੀ ਦੇ ਹੁਣ ਕਹਿੰਦੇ ਕਿ ਸੰਜੀਦਗੀ ਦਾ ਨਹੀਂ ਹੈ। ਚਲੋ, ਇਹ ਪੁਲਿਸ ਅਫਸਰ ਆਪ ਲੀਕ ਕਰਦੇ ਆ ਕਿ ਕਿਸੇ ਤਰੀਕੇ ਲੋਕਾਂ ਦੇ ਵਿੱਚ ਹੋ ਜੇ ਗੱਲ ਜਾਊਗੀ ਤੇ ਕੀ ਲੋਕਾਂ ਦੇ ਅਗਲੇ ਤੋਂ ਰਿਸਪੌਂਸ ਕੀ ਹੁੰਦਾ, ਕਿਵੇਂ ਹੁੰਦਾ। ਜੋ ਅਸੀਂ ਇੱਥੇ ਰਹਿੰਦੇ ਆ, ਸਾਨੂੰ ਵੀ ਕਈ ਪੁਲਿਸ ਵਾਲੇ ਮੈਨੂੰ ਇੱਕ DIG ਹੁੰਦਾ ਸੀਗਾ, ਉਹ ਆਪ ਦੱਸ ਦਿੰਦਾ ਕਿ ਜੀ ਤੂੰ ਮੇਰੇ ਕੋਲ ਸਵੇਰੇ 8 ਵਜੇ ਤੋਂ ਪਹਿਲਾਂ ਸ਼ਾਮੀ 8 ਵਜੇ ਤੋਂ ਬਾਅਦ ਆ ਜੀ, ਤੂੰ ਮੈਨੂੰ ਖਬਰ ਦਿੱਤੀ। ਖਬਰ ਲੱਗਦੀ ਸੀ, ਫਿਰ ਤਸੱਲੀ ਪਾਈਦੀ ਸੀ। ਖਬਰ ਮੈਂ ਕੱਲਾ ਨਹੀਂ ਸੀ, 3-4 ਖਬਰਾਂ ਦੇ ਦਿੰਦਾ ਸੀ, ਮੈਂ ਕੱਲ ਖਬਰ ਦਿੱਤੀ, ਤਸੱਲੀ ਪਾਈ ਦੇ ਦਿੰਦੇ। ਪੁਲਿਸ ਅਫਸਰ ਗੱਲ ਨਹੀਂ ਦਿੰਦੇ ਜੀ। ਚਲੋ, ਇਹਨਾਂ ਦੇ ਵਿੱਚ ਧੜੇਬੰਦੀਆਂ ਬਹੁਤ ਜ਼ਿਆਦੀਆਂ ਹੈਗੀਆਂ ਜੀ, ਪਰ ਹੁਣ ਤਾਂ ਜ਼ਿਆਦਾ ਹੀ ਹੋ ਗਿਆ ਨਾ ਕੰਮ। ਹੁਣ ਜਿੱਦਾਂ ਉਹ ਮਤਲਬ ਉਹਨੇ ਇੱਥੇ ਬ੍ਰੇਕਫਾਸਟ ਕੀਤਾ, ਦਿੱਲੀੋਂ ਆਹ ਪਰੌਂਠੇ ਖਾ ਕੇ ਆਇਆ, ਉਹਨੇ ਹੁਣ ਹਵਾ ਇਹੋ ਜਿਹੀ ਛੱਡੀ, ਉਹ ਵਾਸ਼ਰੂਮ ਗਿਆ। ਲੱਖ ਲਾਹਨਤਾਂ ਇਹੋ ਜਿਹੀ ਪੱਤਰਕਾਰੀ ਦੇ। ਯਾਰ ਤੁਸੀਂ ਇੱਕ ਬੰਦਾ ਆ, ਉਹ ਜੇ ਉਹਨੇ ਗੁਨਾਹ ਕੀਤਾ ਚਾਹੇ ਨਹੀਂ ਕੀਤਾ, ਉਹ ਕਹਿ ਰਿਹਾ ਕਿ ਮੇਰੀ ਜਾਨ ਨੂੰ ਖਤਰਾ, ਤੁਸੀਂ ਪਲ ਪਲ ਦੀ ਦੱਸ ਰਹੇ ਹੋ ਵੀ ਇੱਥੇ ਵਾਸ਼ਰੂਮ ਗਿਆ, ਅਗਲੇ ਮਤਲਬ ਆਈ ਡੋਂਟ ਨੋ। ਹੁਣ ਉਹਨਾਂ ਦੀ ਮਤਲਬ ਜਿਹੜੀ ਸੋਸ਼ਲ ਨੈਟਵਰਕ ਕਮੇਟੀ ਜਿਹੜੀ ਤੋਏ ਤੋਹੀ ਹੋ ਰਹੀ, ਸ਼ਾਇਦ ਪਾਲ ਹੀ ਰਹੇ ਹੋਣਗੇ, ਪਰ ਉਹਨਾਂ ਨੂੰ ਕੀ ਆ, ਉਹ ਤਾਂ ਕਹਿੰਦੇ ਪੈਸੇ ਆਉਣੇ ਚਾਹੀਦੇ ਆ। ਅਗਲੀ ਕਾਲ ਲੈ ਲੈਣੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਚਾਵਲਾ ਜੀ। ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉਸ ਸਮਾਜ ਦਾ ਪੱਤਰਕਾਰ ਤੇ ਚਲੋ ਕਹੂਗਾ ਮੈਂ ਤਾਂ ਖਬਰ ਹੀ ਲਾਈ ਹੈ ਨਾ ਵੀ ਜੀ, 1 ਮਿੰਟ ਹੋਇਓ। ਉਸ ਸਮਾਜ ਦਾ ਪੱਤਰਕਾਰ ਕੋ ਮੈਂ ਤਾਂ ਯਾਰ ਖਬਰ ਹੀ ਲਾਈ ਹੈ, ਮੈਂ ਤੇ ਦੱਸਿਆ ਹੀ ਆ ਵੀ ਉਹ ਇੱਥੇ ਫਲਾਣੀ ਥਾਂ ਤੇ ਰੁਕੇ ਸੀ। ਉਸ ਸਮਾਜ ਦੇ ਵਿੱਚ ਸਾਡੀਆਂ ਧੀਆਂ ਭੈਣਾਂ
ਆਪਣੇ YouTube ਦੇ ਚੈਨਲ ਵਧਾਉਣ ਵਾਸਤੇ, Facebook ਦੇ ਚੈਨਲ ਵਿਊਅਰਸ ਵਧਾਉਣ ਵਾਸਤੇ ਕੱਪੜੇ ਲਾਉਣ ਤੱਕ ਜਿਹੜਾ ਉਹ ਸ਼ਰਮਿਆ ਦੀਆਂ ਹਰਕਤਾਂ ਕਰਦੀਆਂ ਹੁਣ, ਉਹਦਾ ਬਣੂ ਕੀ? ਮੈਂ ਉਸ ਸਮਾਜ ਦੀ ਗੱਲ, ਸਾਰੇ ਸਮਾਜ ਦੀ ਗੱਲ ਕਰ ਰਿਹਾ। ਇੱਕ ਟੀਵੀ ਚੈਨਲ ਬਕਾਇਦਾ ਤੌਰ ਤੇ ਵਿਖਾਉਂਦਾ ਹੁੰਦਾ ਕਿ ਉਹ ਗੱਡੀ ਜਾਂਦੀ, ਉਹ ਗੱਡੀ ਜਾ ਰਹੀ, ਉਹ ਸਕਾਰਪੀ ਜਾ ਰਹੀ, ਉਹਦੇ ਵਿੱਚ ਜੇ ਬੰਦਾ, ਉਹਦੇ ਵਿੱਚ ਲੈ ਕੇ ਜਾ ਰਿਹਾ ਜੀ। ਵਰਤਮਾਨ ਠੀਕ ਹੈ, ਕੀ ਦੱਸ ਰਹੇ ਤੁਸੀਂ? ਇਹ ਸ਼ਾਹਰੁਖ ਦੀ ਇੱਕ ਫਿਲਮ ਆਈ ਸੀ, ਇੱਕ ਸ਼ਾਹਰੁਖ ਦੀ ਫਿਲਮ ਆਈ ਸੀ ਉਦੋਂ ਨਵੀਂ, ਤੇ ਉਦੋਂ ਨਵੇਂ ਜਿਹੜੇ ਚੈਨਲ ਸ਼ੁਰੂ ਕੀਤੇ ਉਹਨਾਂ ਨੇ ਇਹੋ ਜਿਹੇ ਕੰਮ ਸ਼ੁਰੂ ਕੀਤੇ ਸੀ, ਚੀਕਾਂ ਮਾਰਨ ਵਾਲੇ। ਹਾਂਜੀ, ਚੀਕਾਂ ਮਾਰਨ ਵਾਲੇ। ਇਹ ਜਿਹੜੇ ਮਤਲਬ ਅੱਜ ਇਦਾਂ ਦਾ ਹੀ ਕੰਮ ਹੋ ਰਿਹਾ। ਸਤਿ ਸ੍ਰੀ ਅਕਾਲ ਮੇਰੇ ਵਰਗਿਆਂ ਨੂੰ ਬੁਲਾਉਣਾ ਨਹੀਂ ਹੁੰਦਾ। ਸਤਿ ਸ੍ਰੀ ਅਕਾਲ ਜੀ, ਤੁਸੀਂ ਬਾਬਾ ਚੀਕਾਂ ਹੀ ਮਾਰੀ ਜਾਣਗੇ, ਆ ਕਰ। ਉਹ ਯਾਰ ਕੋਈ ਸੰਜੀਦਾ ਗੱਲ ਕਰੋ। ਤੁਸੀਂ ਲੋਕਤੰਤਰ ਦਾ ਚੌਥਾ ਥੰਮ ਹੋ, ਜ਼ਿੰਮੇਵਾਰੀ ਸਮਝੋ। ਹਾਂਜੀ ਕਾਲਰ, ਵੈਲਕਮ ਜੀ। ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ। ਚਾਵਲਾ ਸਾਹਿਬ ਜੀ, ਏਜੰਸੀਆਂ ਜਿਹੜੀਆਂ ਕਰਵਾ ਰਹੀਆਂ, ਤੁਹਾਡਾ ਕੀ ਮਤਲਬ ਆਪਣਾ ਪੁਲਿਸ ਵਾਲਿਆਂ ਦੀ ਵਸ ਚੱਲਣ ਦੇਣਗੇ ਅੱਗੇ? ਕੋਈ ਇਨਸਾਫ ਨਹੀਂ ਮਿਲਣਾ, ਕੋਈ ਬੰਦਾ ਨਹੀਂ ਫੜਿਆ ਜਾਣਾ। ਜੇ ਬੰਦਾ ਇੱਕ ਪਾਸੇ ਕਹਿੰਦਾ ਮੈਂ ਕਰਵਾਇਆ, ਦੂਜੇ ਪਾਸੇ ਉਹ ਮੁਕਰਦਾ ਵੇ, ਕੁਛ ਵੀ ਨਹੀਂ ਹੋਣਾ ਇਹਦਾ। ਇੱਕ ਵੀ ਬੰਦਾ ਨਹੀਂ ਇਹਨਾਂ ਕੋਲੋਂ ਫੜਿਆ ਜਾਣਾ। ਜੇ ਫੜੇਣਗੇ ਵੀ ਤੇ ਡੁਪਲੀਕੇਟ ਬੰਦੇ ਫੜੇ ਜਾਣਗੇ, ਓਰੀਜਨਲ ਬੰਦਾ ਕੋਈ ਨਹੀਂ ਫੜਿਆ ਜਾਣਾ। ਕੋਈ ਨਾ ਕੋਈ ਵਿਦੋਸ਼ੀਆ ਫਸ ਜਾਣਾ ਆ, ਹੋਣਾ ਇਹੀ ਹੈ। ਮਿਹਰਬਾਨੀ। ਹਾਂਜੀ ਜੀ ਭੱਟ ਸਾਹਿਬ, ਇਹਨੂੰ ਤਾਂ ਆਪਾਂ ਗੱਲ ਕਹਿ ਚੁੱਕੇ ਜੀ ਪਹਿਲਾਂ ਹੀ। ਬਸ ਚਲੋ ਆਪਾਂ ਅਗਲੀ ਕਾਲ ਲੈ ਲੈਂਦੇ। ਇਹ ਪਹਿਲ ਜੀ। ਹੈਲੋ, ਹਾਂਜੀ ਜਵਾਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂ ਪੱਟੀ ਸਾਹਿਬ, ਜਿਹੜਾ ਸਾਨੂੰ ਤੇ ਜਾਪਦਾ ਜੀ, ਜੋ ਮੈਂ ਦੇਖਦਾ ਇਹ ਇਹਨਾਂ ਲਾਰੈਂਸ ਬਿਸ਼ਨੋਈ ਜਿਹੜਾ ਏਜੰਸੀਆਂ ਦਾ ਪੂਲਾ ਲੱਗਦਾ ਜੀ, ਕਰਿਓ ਤਾਂ ਛਾਣਬੀਣ ਜਰਾ, ਤੇ ਦੱਸਿਓ ਜਰਾ ਜੀ ਇਹਦੀ। ਇਹ ਤੁਸੀਂ ਵੀ ਜੀ ਸੁਣਿਆ ਨਹੀਂ, ਅਸੀਂ ਤਾਂ ਪਹਿਲਾਂ ਕਹਿ ਚੁੱਕੇ ਆ, ਆਪਣੇ ਕੋਲ ਨਹੀਂ ਕਹਿ ਚੁੱਕੇ, ਅਸੀਂ ਤੇ ਦੋ ਵੱਡੇ ਲੀਡਰ ਨੂੰ ਦੱਸਿਆ ਵੀ ਉਹਨਾਂ ਦੇ ਬਿਆਨ ਨੇ। ਸਾਬਕਾ ਜੇਲ੍ਹ ਮੰਤਰੀ ਨੇ ਸ਼ਰੇਆਮ ਕਿਹਾ ਸੀ ਕਿ ਇਹਨਾਂ ਨੂੰ ਏਜੰਸੀਆਂ ਦੀ ਪੁਸ਼ਤ ਪਨਾਹੀ ਪ੍ਰਾਪਤ ਆ, ਉਹ ਇਹਨਾਂ ਨੂੰ ਮੋਬਾਈਲ ਸਪਲਾਈ ਕਰਦੀਆਂ, ਇਹਨਾਂ ਨੂੰ ਸਹੂਲਤਾਂ ਸਪਲਾਈ ਕਰਦੀਆਂ ਇਹਨਾਂ ਨੂੰ। ਤੁਸੀਂ ਆਪ ਸੁਣ, ਬਾਕੀ ਕੀ ਰਹਿ ਗਿਆ? ਅਸੀਂ ਨਹੀਂ ਕਹਿ ਰਹੇ, ਸਾਬਕਾ ਜੇਲ੍ਹ ਮੰਤਰੀ ਕਹਿ ਰਿਹਾ। ਤੇ ਜਿਹੜੀ ਗੱਲ ਅੱਜ ਕੀਤੀ ਹੈ ਬਾਜਵਾ ਸਾਹਿਬ ਨੇ, ਉਹ ਬੜੀ ਵੱਡੀ ਕੀਤੀ ਹੈ। ਉਹਨਾਂ ਨੇ ਕਹਿ ਸਕਦੇ ਜਿਹੜੇ ਪੁਲਿਸ ਅਧਿਕਾਰੀ ਇਹਨਾਂ ਗੈਂਗਸਟਰਾਂ ਨਾਲ ਰਲੇ ਪਏ। ਅੱਛਾ, ਇਹਨਾਂ ਕੋਲ ਕੀ ਇਨਪੁਟ ਮਿਲਦੀ ਹੈ ਸਾਨੂੰ ਨਹੀਂ ਪਤਾ ਇਸ ਗੱਲ ਦਾ। ਕਿਹਨੇ ਕਹਿ ਚੁੱਕੇ ਗੱਲ? ਜਿਹੜੀ ਗੱਲ ਦੂਜੀ ਨੇ ਵੀ ਗੱਲ ਕਹਿ ਚੁੱਕਿਆ ਵੀ ਇਹ ਕਿਸੇ ਕੇਕੜੇ ਸ਼ਿਕੜੇ ਦੇ ਇੱਕ ਉੱਤੇ ਪਾ ਕੇ ਕੇਸ ਫਾਈਨਲ ਕਰ ਦਿੱਤਾ, ਕੰਮ ਨਿਬੇੜ ਦਿੱਤਾ ਜੀ। ਸਾਡੇ ਕਬੀਰ ਨੇ ਫਰਮਾਇਸ਼ ਕੀਤੀ ਸੀ, ਇਹ ਸੌਰੀ ਨਹੀਂ ਲਾ ਸਕੇ, ਸਮਾਂ ਥੋੜਾ ਸੀ, ਕੱਲ ਜ਼ਰੂਰ ਲਾਵਾਂਗੇ, ਸ਼ੁਰੂ 'ਚ ਲਾ ਦਾਂਗੇ 8:30 ਵਜੇ ਤੋਂ ਪਹਿਲਾਂ ਸੁਣ ਲਿਓ ਜੇ ਸੁਣਨਾ ਹੋਊਗਾ। ਵੈਸੇ ਚਲੋ ਇਹ ਕੋਈ ਵੱਡੀ ਫਰਮਾਇਸ਼ ਨਹੀਂ, ਕਿਉਂਕਿ YouTube Facebook 'ਤੇ ਤੁਸੀਂ ਸੁਣ ਲੈਂਦੇ ਹੋ। ਅਸੀਂ ਕੋਈ ਤੁਹਾਡੀਆਂ ਫਰਮਾਇਸ਼ਾਂ ਦੇ ਆਧਾਰ 'ਤੇ ਜਦੋਂ ਕਹਿ ਰਹੇ ਕਿ ਗੀਤ ਲੱਗਾ ਤੇ ਤੁਹਾਡਾ ਮਨ ਕਰਦਾ ਕਿ ਯਾਰ ਆਹ ਚੀਜ਼ ਮੈਂ ਰੇਡੀਓ ਸੁਣਦਾ ਜਾ ਰਿਹਾ, ਟਰੱਕ ਚਲਾ ਰਿਹਾ ਜਾਂ ਟੈਕਸੀ ਚਲਾ ਰਿਹਾ, ਤੇ ਲਾ ਦਿੱਤਾ ਜਾਵੇ, ਜਾਂ ਸਫ਼ਰ ਦੌਰਾਨ ਤੁਸੀਂ ਆਪਣੇ ਪਰਿਵਾਰ ਨਾਲ ਬੈਠੇ ਹੋ ਤੇ ਸੁਣਨਾ ਚਾਹੁੰਦੇ ਹੋ। ਤਰਸੇਮ ਮੋਰਾਂਵਾਲੀ ਦਾ ਲਾਇਆ ਸੀ ਕਹਿਣ ਦੀ ਕਿ ਸਿੰਘਾਂ ਦੇ 12 ਸਰਦਾਰਾਂ ਦੇ। ਕੱਲ੍ਹ ਲਾਵਾਂਗੇ ਜ਼ਰੂਰ, ਮੈਂ ਸੁਣਿਆ, ਲਾਵਾਂਗੇ, ਕੋਈ ਵੱਡੀ ਗੱਲ ਨਹੀਂ। ਬਟ ਅੱਜ ਖੇਮਾ ਦੇ ਜਾ ਚੱਕਾ ਸਿੱਖਾਂ ਦਾ ਮਜ਼ਾਕ ਉਡਾਉਣ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਕਿਰਨ ਬੇਦੀ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੇਗੀ। ਕੀ ਕਹਿਣਾ ਚਾਹੁੰਦੇ ਹੋ? ਬਿਲਕੁਲ ਜੀ, ਕਾਨੂੰਨੀ ਕਾਰਵਾਈ ਕਰਨੀ ਚਾਹੀਦੀ। ਉਹ ਬੀਬੀ ਨੇ ਕਿਹਾ ਕਿ ਮੈਂ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪਾਠ ਕਰਦੀ ਹਾਂ, ਮੇਰੀ ਉਹਦੇ ਚ ਆਸਥਾ ਹੈਗੀ ਆ, ਮੇਥੋਂ ਗਲਤੀ ਹੋਈ ਆ, ਮੈਂ ਹੱਥ ਜੋੜ ਕੇ ਮਾਫੀ। ਗਲਤੀ ਹੋਈ ਨਹੀਂ, ਗਲਤੀ ਕੀਤੀ ਆ, ਇਹ ਕਿਹਾ ਨਹੀਂ ਜਾ ਸਕਦਾ। ਗਲਤੀ ਹੋਈ ਜਾਂ ਕੀਤੀ ਗੱਲ ਹੋਈ, ਗਲਤੀ ਮੰਨਦੇ ਆਪਣੀਆਂ। ਦੂਜੀ ਗੱਲ ਆਪਾਂ ਪਹਿਲਾਂ ਵੀ ਕੀਤੀ ਸੀ, ਬੀਬੀ ਤੇਰਾ ਹਸਬੈਂਡ ਜਿਹੜਾ ਬ੍ਰਿਜ ਵਿੱਚ ਸੀ ਉਹ ਬੇਦੀ ਖਾਨਦਾਨ ਨੂੰ ਬਣਾਉਂਦਾ, ਉਹ ਅੱਜ ਹੀ ਹੁਣ ਤੇ ਮਰ ਗਿਆ। ਕਹਿੰਦਾ ਹੁੰਦਾ ਸੀ ਵੀ ਸਾਡੀ ਡੇਰਾ ਬਾਬਾ ਨਾਨਕ ਦੀ ਜ਼ਮੀਨ ਸੀ, ਅਸੀਂ ਉੱਥੇ ਖੇਤੀ ਵੀ ਕਰ। ਬੀਬੀ ਕਿਰਨ, ਜੋ ਜਿਹੜੀ ਬੀਬੀ ਕਿਰਨ ਬੇਦੀ ਆ, ਇਹ ਜਦੋਂ ਕਾਲਜ ਚ ਪੜ੍ਹਦੀ ਸੀ, ਇਹਨਾਂ ਦਾ ਪਿੰਡ ਹੁੰਦਾ ਸੀ ਗੁਰਦਾਸਪੁਰ, ਨਾਮ ਭੁੱਲ ਗਿਆ, ਉੱਥੇ ਜੀਕੇ ਟੈਕਨਿਕ ਹੁੰਦਾ ਸੀ, ਕਲੋਨੀ ਆਪ ਕਲੋਨੀ ਦੇ ਉਹਨਾਂ ਦੇ ਨਾਲ। ਜਦੋਂ ਅਸੀਂ ਬੀਬੀਆਂ ਜਿਹੜੀ ਸਾਈਕਲ ਘੱਟ ਚਲਾਉਂਦੀ ਆਪ ਜੀਕੇ ਟੈਕ ਕਲੋਨੀ ਮੁੜ ਕੇ ਚਲੋ ਇਹ ਭਰਤੀ ਹੋ ਗਈ। ਜੇ ਬੇਦੀ ਖਾਨ ਤੁਸੀਂ ਕਹਿੰਦੇ ਹੋ ਵੀ ਅਸੀਂ ਬੇਦੀ ਖਾਨਦਾਨ ਚੋਂ, ਤੇ ਫਿਰ ਬੀਬੀ ਜੀ ਤੁਹਾਨੂੰ ਸਿੱਖ ਇਤਿਹਾਸ ਬਾਰੇ ਤੇ ਸਿੱਖ ਧਰਮ ਬਾਰੇ ਕੋਈ ਪੂਰੀ ਜਾਣਕਾਰੀ ਹੁੰਦੀ ਵੀ ਸਿੱਖ ਧਰਮ
ਜੇ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹੋ ਤੇ ਫਿਰ ਉਹਦੇ ਵਿੱਚ ਪੜ੍ਹ ਲਓ ਕਿ ਉਹ ਕੀ ਕਹਿੰਦਾ, ਉਹ ਜੀਵਨ ਜਾਚ ਸਿੱਖੋ। ਚਲੋ ਸ਼੍ਰੋਮਣੀ ਕਮੇਟੀ ਜਿਹੜੀ ਉਹ ਹਵਾ 'ਚ ਤੀਰ ਮਾਰਦੀ ਹੁੰਦੀ, ਕਾਨੂੰਨੀ ਕਾਰਵਾਈ ਕਰਾਂਗੇ ਕਰਕੇ ਕਹਿ ਵੀ ਮੁੰਡੇ ਸੌ ਜਾਂਦੇ ਹੁੰਦੇ, ਉਹਨਾਂ ਤੋਂ ਸੌ ਹੀ ਜਾਣਾ ਤਿੰਨ ਚੱਕ ਕਾਰਵਾਈ ਕੋਈ ਕਰਨੀ ਨਹੀਂ। ਕਿਉਂ ਨਹੀਂ ਕਰਨੀ? ਉਹਨੇ ਇੱਕ ਲੈਟਰ ਲਿਖ ਦੇਣੇ ਕਿ ਮੈਂ ਮਾਫੀ ਚਾਹੁੰਦੀ, ਬਸ ਗੱਲ ਮੁੱਕੀ, ਕਰ ਦਿਓ ਫਾਈਲ ਲੈਟਰ, ਉਹਦੀ ਦੁੱਧ ਕੁਛ ਨਹੀਂ ਹੋਣਾ। ਲੇਕਿਨ ਆਪਾਂ ਕੱਲ ਵੀ ਡਿਸਕਸ ਕੀਤਾ ਸੀ, ਪਰਸੋਂ ਵੀ ਕੀਤਾ ਸੀ ਕਿ ਬਹੁਤਾ ਮੈਂ ਡਿਟੇਲ ਨਹੀਂ ਜਾਣਾ ਚਾਹੁੰਦਾ ਹੈ। ਬੀਬੀ ਨੇ ਠੀਕ ਹੈ ਗਲਤੀ ਕੀਤੀ, ਮਾਫੀ ਮੰਗ ਲਈ ਹੈ, ਲੇਕਿਨ ਅਸੀਂ ਕਹਾਂਗੇ ਪ੍ਰਧਾਨ ਸਾਹਿਬ ਜਿਨ੍ਹਾਂ ਨੇ ਬਰਗਾੜੀ ਕੇਸ ਕੀਤਾ ਉਹਨਾਂ ਨੂੰ ਮਾਫੀ ਮੰਗਾ ਰਹੇ ਹੋ ਕਾਲ ਤੱਕ ਦੇ ਖੜੇ ਕਰਕੇ, ਕਹੋ ਉਹਨਾਂ ਨੂੰ ਮਾਫੀ ਮੰਗਵਾ ਕੇ ਤੁਸੀਂ ਗਲਤੀ ਕੀਤੀ। ਉਸ ਪਾਸੇ ਕਿਸੇ ਨਹੀਂ ਜਾਣਾ। ਪ੍ਰਧਾਨ ਸਾਹਿਬ ਦਾ ਬਿਆਨ, ਨਾਗਪੁਰੋਂ ਚੱਲਣੇ ਹੁਕਮ। ਜੀ 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 ਪਾਟਰੀ ਸਾਹਿਬ ਰਹਿਣ ਹੀ ਦਿਓ, ਨਾ ਬੁਲਾਓ ਮੈਨੂੰ, ਤਾਈਓ ਤਾਂ ਮੈਂ ਕਿਹਾ ਵੀ ਰਹਿਣ ਦਿਓ। ਚਲੋ ਅੱਗੇ ਚੱਲਦੇ ਆ। ਲਾਲਾ ਜੀ ਆਏ, ਕਹਿੰਦੇ ਕਿ ਭਗਵੰਤ ਮਾਨ ਸਰਕਾਰ ਨੇ 3 ਮਹੀਨਿਆਂ ਵਿੱਚ ਮਾਫੀਆ ਰਾਜ ਖਤਮ ਕੀਤਾ। ਜੀ 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 ਝੂਠ ਤਾਂ ਇਹ ਬੋਲਦਾ ਸੀ, ਸਿਰੇ ਦਾ ਝੂਠਾ ਲੀਡਰ। ਕਾਂਗਰਸ ਤੇ ਅਕਾਲੀ ਦਲ ਨੂੰ ਬਿਨਾਂ ਵਾਸ਼ਿੰਗ ਪਾਊਡਰ ਧੋਤਾ, ਕੇਜਰੀਵਾਲ ਨੇ ਵੋਲਵੋ ਬੱਸਾਂ ਦਿੱਤੀ ਹਰੀ ਝੰਡੀ। ਯਾਰ ਕਿੰਨਾ ਕੁ ਤੂੰ 에ਅਰਪੋਰਟ ਇੱਥੇ ਆ ਕੇ ਪੰਜਾਬ ਨੂੰ ਦੇ ਚੱਲਿਆ ਵੀ ਜਿਹਦੀ ਤੂੰ ਹਰੀ ਝੰਡੀ ਦੇਣ ਵਾਸਤੇ ਕਰੋੜਾਂ ਰੁਪਈਏ ਤੇਰੇ ਆਉਣ ਜਾਣ ਦਾ ਖਰਚਾ ਲੱਗਾ ਹੋਣਾ। ਅੰਮ੍ਰਿਤਸਰ ਅਸੀਂ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਮੰਗ ਕਰ ਰਹੇ ਹਾਂ, ਤੇ ਫਿਰ ਜਲੰਧਰੋਂ ਕਿਉਂ, ਅੰਮ੍ਰਿਤਸਰੋਂ ਕਿਉਂ ਨਹੀਂ? ਜੇ ਚੱਲਣੀਆਂ ਨੇ ਤੇ ਅੰਮ੍ਰਿਤਸਰੋਂ ਕਿਉਂ ਨਹੀਂ? ਚੱਲਣੀਆਂ ਨੇ ਤੇ ਫਿਰ ਅੰਮ੍ਰਿਤਸਰੋਂ ਕਿਉਂ ਨਹੀਂ? ਅੰਮ੍ਰਿਤਸਰੋਂ ਕੀ ਗੱਲ ਦੁਨੀਆ ਨਹੀਂ ਜਾਂਦੀ? ਜਲੰਧਰੋਂ ਕਿਉਂ? ਸਵਾਲ ਨੰਬਰ 2, ਅਸੀਂ ਮੰਗ ਰੱਖਦੇ ਹਾਂ ਅਜੇ ਵੀ ਕਿ ਸਾਨੂੰ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਿੱਧੀਆਂ ਫਲਾਈਟਾਂ ਦੀ ਡਿਮਾਂਡ ਜਿਹੜੀ ਸਾਡੀ ਜਿਉਂ ਦੀ ਤਿਉਂ ਹੈ। ਬੱਸਾਂ ਤਾਂ ਪਹਿਲਾਂ ਵੀ ਚੱਲਦੀਆਂ ਸੀ ਯਾਰ, ਬੱਸਾਂ ਚੱਲਦੀਆਂ ਹੀ ਰਹਿਣੀਆਂ ਤੁਹਾਡੀਆਂ। ਬੱਸਾਂ ਚਲਾ ਕੇ ਤੁਸੀਂ ਕੋਈ ਬਹੁਤੀ ਵੱਡੀ ਕੋਈ ਉਹ ਨਹੀਂ ਕਰ ਲੈਂਦੀ, ਕੋਈ ਪ੍ਰਾਪਤੀ ਹੋ ਗਈ ਆ, ਠੀਕ ਹੈ ਚਲਾ ਦੋਗੇ, 100 ਚਲਾ ਦੋਗੇ, 50 ਚਲਾ ਦੋਗੇ, ਪਰ ਸਾਡਾ 10 ਘੰਟੇ ਦਾ ਸਫ਼ਰ ਜਿਹੜੀ ਸਾਡੀ ਢੂਈ ਦੁੱਖ ਜਾਂਦੀ ਉੱਥੋਂ ਤੱਕ ਜਾਂਦੇ ਸਾਨੂੰ ਖੱਜਲ ਖੁਆਰ ਹੋਣਾ ਪੈਂਦਾ, ਉਹਦੀ ਭਰਪਾਈ ਕੌਣ ਕਰੂਗਾ? ਕੀ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਆਮ ਆਦਮੀ ਪਾਰਟੀ ਨੇ ਪਿੱਠ ਦਿਖਾ ਦਿੱਤੀ? ਬੱਸਾਂ ਚਲਾਉਣ ਦੇ ਨਾਲ ਇਹ ਮਸਲਾ ਹੱਲ ਹੋ ਗਿਆ? ਅੰਤਰਰਾਸ਼ਟਰੀ ਹਵਾਈ ਅੱਡੇ ਦੀ ਮੰਗ ਬੰਦ ਹੋ ਗਈ? ਨਹੀਂ, ਸਾਡੀ ਮੰਗ ਯੂ ਦੀ ਤਿਉਂ ਰਹੇਗੀ। ਇਹ ਮੰਗ ਵਾ। ਬੱਸਾਂ ਚਲਾਤੀਆਂ ਠੀਕ ਹੈ, ਕਿਰਾਇਆ ਤੁਸੀਂ ਲਗਜ਼ਰੀ ਬੱਸਾਂ ਦਾ ਦੇ ਦਿੱਤਾ। ਇੱਥੇ ਤਾਂ ਮੈਂ ਇਹੋ ਜਿਹੇ ਭਗਤ ਵੇਖੇ ਨੇ, ਮਾਫ ਕਰਨਾ ਗੁੱਸਾ ਨਾ ਕਰਿਓ, ਕੇਜਰੀਵਾਲ ਦੀ ਪਸੀਨੇ ਦੀ ਕੱਛਾਂ 'ਚੋਂ ਪਸੀਨੇ ਦੀ ਤਸਵੀਰ ਲਾਤੀ ਆ, ਉਹਦੇ ਇੱਥੇ ਇੱਕ ਮਾੜਾ ਜਿਹਾ ਪਸੀਨਾ ਆ ਗਿਆ ਤਸਵੀਰ ਲਾਤੀ ਆ। ਯਾਰ ਹੀ ਇਜ਼ ਅ ਹਿਊਮਨ ਬੀਇੰਗ, ਮੈਂ ਨਾ ਇਨਸਾਨ ਵਾਂ। ਪਸੀਨਾ ਹਰ ਇੱਕ ਨੂੰ ਆਉਂਦਾ ਆ, ਕਿਹਨੂੰ ਨਹੀਂ ਆਉਂਦਾ ਪਸੀਨਾ? ਉੱਥੇ 2 ਮਿੰਟ ਤੁਸੀਂ ਖਲੋ ਜਾਓ, ਕਿਤੇ ਵੀ ਖਲੋ ਜਾਓ ਪਸੀਨਾ ਆਊਗਾ। ਇਹ ਪ੍ਰਾਪਤੀ ਹੋ ਗਈ ਪਸੀਨਾ ਦਿਖਾ ਕੇ। ਬੜੇ ਬੜੇ ਪੜ੍ਹੇ ਲਿਖੇ ਵੀ ਆਪਣਾ ਜਲੂਸ ਕਢਾਉਂਦੇ ਯਾਰ। ਕੋਈ ਤੁਸੀਂ ਇਨਸਾਨੀਅਤ ਦੀ ਗੱਲ ਕਰੋ, ਕੋਈ ਮੁੱਦਿਆਂ ਦੀ ਗੱਲ ਕਰੋ। ਬੜੀ ਵੱਡੀ ਪ੍ਰਾਪਤੀ ਹੈ ਜੀ, ਦਿਲੋਂ ਉਹ ਕਰਨਾ ਚਾਹੁੰਦਾ ਕੁਝ। ਕਿਆ ਬਾਤ ਆ ਯਾਰ, ਕਿਹੜੀਆਂ ਗੱਲਾਂ ਕਰਦੇ ਹੋ? ਫਿਰ ਅੰਮ੍ਰਿਤਸਰੋਂ ਬੱਸਾਂ ਕਿਉਂ ਨਹੀਂ? ਇਹ ਪਾਰਸ਼ੈਲਿਟੀ ਕਿਉਂ ਪੰਜਾਬੀਆਂ ਨਾਲ? ਮੈਂ ਅੰਮ੍ਰਿਤਸਰੀਆਂ ਨੂੰ ਕਹੂੰਗਾ ਪੰਜਾਬੀਆਂ ਦਾ ਤੁਰੇ ਤੋਂ ਚੱਲੋ। ਫਿਰ ਅੰਮ੍ਰਿਤਸਰੀਆਂ ਨੂੰ ਤਾਂ ਅੰਮ੍ਰਿਤਸਰ ਤੋਂ ਜਲੰਧਰ ਜਾਣ ਲੱਗਿਆ ਉਹਨਾਂ ਹੀ ਫਿਰ ਖੱਜਲ ਖਵਾਰ ਹੋਣਾ ਪਿਆ। ਸਾਨੂੰ ਤਾਂ ਗੱਡੀ ਕਰਨੀ ਪਈ ਨਾ ਜਲੰਧਰ ਤੱਕ। ਕਿਉਂ ਜੀ? ਨਹੀਂ ਮੈਂ ਦੱਸ ਦਿੰਦਾ, ਇਹ ਬਕਾਇਦਾ ਤੌਰ ਤੇ 8 ਸਟੇਸ਼ਨਾਂ ਤੋਂ 16 ਬੱਸਾਂ ਚੱਲਣਗੀਆਂ ਜੀ। 19 ਬੱਸਾਂ ਟੋਟਲ ਲਈਆਂ ਇਹਨਾਂ ਨੇ ਵਾਲੋ ਬੱਸਾਂ ਤੋਂ 16 ਬੱਸਾਂ ਨੇ 8 ਸਟੇਸ਼ਨਾਂ ਤੇ, ਜੇ ਪਠਾਨਕੋਟ ਲੈ ਲਓ, ਅੰਮ੍ਰਿਤਸਰ ਲੈ ਲਓ, ਜਲੰਧਰ ਲੈ ਲਓ, ਲੁਧਿਆਣਾ ਲੈ ਲਓ, ਬਠਿੰਡਾ ਲੈ ਲਓ, ਇਸ ਤਰ੍ਹਾਂ 8 ਸਟੇਸ਼ਨ ਚੱਲਣੀਆਂ ਪੰਜਾਬ ਦੇ ਵਿੱਚ। ਇਹਨਾਂ ਦੇ ਵੱਖੋ ਵੱਖਰੇ ਟਾਈਮ ਨੇ। ਅੰਮ੍ਰਿਤਸਰ ਤੋਂ ਸਵੇਰੇ ਇੱਕ 9 ਵਜੇ ਚੱਲੇਗੀ, ਇੱਕ ਦੁਪਹਿਰੇ 1:40 ਤੇ ਚੱਲੇਗੀ। ਆਨਲਾਈਨ ਇਹਨਾਂ ਦੀ ਬੁਕਿੰਗ ਹੋਏਗੀ। ਪਰ ਅਫਸੋਸ ਜਦੋਂ ਇਹ ਝੰਡੀ ਲਹਾ ਕੇ ਜਲੰਧਰ ਤੋਂ ਬੱਸ ਰਵਾਨਾ ਕਰ ਰਹੇ ਸੀ ਤੇ ਅੰਮ੍ਰਿਤਸਰ ਦੇ ਸਿਰਫ ਇੱਕ ਸਵਾਰੀ ਮਿਲੀ ਸੀ ਵੋਲਵੋ ਬੱਸ ਨੂੰ, ਤੇ ਇਸ ਕਰਕੇ ਉਹਨਾਂ ਨੂੰ ਉਹ ਕੱਲ ਜਿਹੜੀ ਬੱਸ ਕੈਂਸਲ ਕਰ। ਅੱਜ ਵੀ ਕੱਲ ਨਾ ਪਾਰਟੀ ਸਾਹਿਬ ਜਿਹੜਾ ਪ੍ਰਚਾਰਿਆ ਗਿਆ ਉਹ ਜਲੰਧਰ ਹੀ ਪ੍ਰਚਾਰਿਆ ਗਿਆ ਪਹਿਲਾਂ।
ਮੈਨੂੰ ਨਹੀਂ ਪਤਾ ਜੀ, ਮੈਂ ਤਾਂ ਸੱਚੀ ਜਿਹੜੀ ਗੱਲ ਤੇ ਅਸੀਂ ਖਬਰਾਂ ਡਿਟੇਲ ਚ ਵੀ ਸਾਂਝੀਆਂ ਕੀਤੀਆਂ ਨਾ, ਆਪਾਂ ਤੇ ਗੱਲਬਾਤ ਕਰਦੇ ਆਂ। ਅੰਮ੍ਰਿਤ ਜਲੰਧਰ ਤੋਂ ਹੀ ਪ੍ਰਚਾਰਿਆ ਗਿਆ, ਕੇਜਰੀਵਾਲ ਜਲੰਧਰ ਆ ਰਿਹਾ, ਜਲੰਧਰ ਆ, ਜਲੰਧਰ ਹੀ ਚੁਣਿਆ ਗਿਆ, ਜਲੰਧਰ ਤੋਂ ਹੀ ਪ੍ਰਚਾਰਿਆ ਗਿਆ, ਜਲੰਧਰ ਤੋਂ ਹੀ ਜਰੀ ਝੰਡੀ ਦਿਖਾਉਣ ਦੇ ਪ੍ਰੋਗਰਾਮ ਸੀ, ਪ੍ਰੋਟੋਕਾਲ ਹੀ ਉਹੀ ਸੀ। ਚਲੋ ਅੰਮ੍ਰਿਤਸਰੋਂ ਇੱਕ ਸੀਟ ਮਿਲੀ ਹੋਊਗੀ, ਵੱਡੀ ਗੱਲ ਕੋਈ ਨਹੀਂ, ਪਰ ਜੇ ਪ੍ਰਚਾਰਿਆ ਜਾਂਦਾ ਵੀ ਜਲੰਧਰੋਂ ਜਾਂ ਅੰਮ੍ਰਿਤਸਰੋਂ ਤੇ ਫਿਰ ਡਿਫਰੈਂਟ ਸਟੋਰੀ ਆ। ਅੰਮ੍ਰਿਤਸਰੋਂ ਪ੍ਰਚਾਰਿਆ ਜਾਂਦਾ ਤੇ ਅੰਮ੍ਰਿਤਸਰੋਂ ਵੀ ਚੱਲਣੀਆਂ ਸੀ, ਭਾਵੇਂ ਇੱਕ ਹੀ ਸਵਾਰੀ ਹੁੰਦੀ। ਆਪੇ ਸ਼ੁਰੂ ਤੁਸੀਂ ਕਿਹਾ ਨਾ ਜਲੰਧਰ ਤੇ ਅੰਮ੍ਰਿਤਸਰ ਤੋਂ ਨਹੀਂ ਕੀਤਾ ਜੀ, ਆਪੇ ਕਿ ਅੰਮ੍ਰਿਤਸਰ ਤੋਂ ਚੱਲਿਆ ਉਦੋਂ ਜਲੰਧਰੋਂ ਹੀ ਇਹਨਾਂ ਨੇ ਸ਼ੁਰੂ ਕਰਨੀ ਸੀ, ਪਹਿਲਾਂ ਇਹਨਾਂ ਦਾ ਜਲੰਧਰੋਂ ਹੀ ਪ੍ਰੋਗਰਾਮ ਸੀਗਾ, ਡਿਟੇਲ 'ਚ ਵੇਖ ਲਿਓ। ਚਲੋ ਜਿਹੜੀ ਗੱਲ ਆਪਾਂ ਕਰੀਏ ਵੀ ਕੇਜਰੀਵਾਲ ਨੇ, ਭਗਵੰਤ ਮਾਨ ਸਰਕਾਰ ਨੇ 3 ਮਹੀਨਿਆਂ ਦੇ ਵਿੱਚ ਮਾਫੀਆ ਰਾਜ ਖਤਮ ਕਰਤਾ। 3 ਮਹੀਨਿਆਂ ਦੇ ਵਿੱਚ ਸਭ ਤੋਂ ਵੱਡਾ ਹਥਿਆਰ ਤੁਹਾਡੇ ਹਿਸਟਰੀ ਵਿੱਚ ਭਾਰਤ ਵਿੱਚ ਪੰਜਾਬ 'ਚ ਵਰਤਿਆ ਗਿਆ, ਉਹ ਵੀ ਕਿੰਨਾ ਵੱਲੋਂ ਵਰਤਿਆ ਗਿਆ, ਕਿੰਨਾ ਵੱਲੋਂ ਨਹੀਂ, ਅਸੀਂ ਨਹੀਂ ਉਹਦੀ ਗੱਲ 'ਚ ਜਾਵਾਂਗੇ। ਸਭ ਤੋਂ ਵੱਡਾ ਹਥਿਆਰ ਜਿਹਦੀ ਤੁਹਾਨੂੰ ਅਜੇ ਤੱਕ ਗੋਲੀਆਂ ਦੀ ਪਛਾਣ ਹੀ ਨਹੀਂ ਹੋ ਸਕੀ, ਕਿਵੇਂ ਖਤਮ ਹੋ ਗਿਆ ਜੀ ਮਾਫੀਆ ਰਾਜ? ਮਾਫੀਆ ਹੀ ਆ, ਉਹ ਵੀ ਤੇ ਕਤਲ ਕਰਨ ਵਾਲਾ ਮਾਫੀਆ ਹੀ ਆ। ਬਿਲਕੁਲ ਜੀ। ਕੇਜਰੀਵਾਲ ਸਾਹਿਬ ਪਹਿਲਾਂ ਤੇ ਇਹ ਦੱਸਣ ਕਿ ਕਿਹੜੀ ਕੈਪੈਸਿਟੀ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦੱਸਣ। ਇੱਥੇ ਸੋਨੀਆ ਗਾਂਧੀ ਦੇ ਅੰਦਰ ਜਾਂ ਨੈਸ਼ਨਲ ਲੀਡਰ ਅੰਦਰ ਉਹ ਆਪਣੀ ਪਾਰਟੀ ਦੀਆਂ ਪ੍ਰਾਪਤੀਆਂ ਨੈਸ਼ਨਲ ਪਾਰਟੀ ਨੇ ਕੀਤੀ, ਸਰਕਾਰ ਦੀਆਂ ਪ੍ਰਾਪਤੀਆਂ ਹਮੇਸ਼ਾ ਮੁੱਖ ਮੰਤਰੀ ਦੱਸ ਦਿੰਦਾ ਵੀ ਅਸੀਂ ਇਹ ਪ੍ਰਾਪਤੀ ਕੀਤੀ ਹੈ ਜੀ। ਇਹ ਨੈਸ਼ਨਲ ਦੱਸਦੇ ਕਿ ਸਾਡਾ ਅਜੰਡਾ ਸੀਗਾ, ਅਸੀਂ ਕਿਵੇਂ ਚੋਣ ਲੜਨੀ ਹੈ, ਕਿਵੇਂ ਲੋਕਾਂ ਨੇ ਜਾਣਾ ਸੀ, ਉਹ ਦੱਸਦੇ ਵੱਖਰੀ ਗੱਲ ਸੀ। ਕੱਲ ਉਹਨਾਂ ਨੇ ਸਾਬਤ ਕਰ ਦਿੱਤਾ ਕਿ ਇੱਥੇ ਸੁਪਰ ਮੁੱਖ ਮੰਤਰੀ ਮੈਂ। ਸਭ ਤੋਂ ਵੱਡੀ ਗੱਲ ਉਹਨੇ ਕਹੀ ਵੀ ਮੇਰੇ ਕੋਲ ਪੰਜਾਬ ਦੇ ਅਫਸਰ ਜਾ ਕੇ ਰੋਏ ਨੇ, ਮੁੱਕੋ ਮੁੱਕ ਜਾ ਕੇ ਰੋਏ ਨੇ। ਕੇਜਰੀਵਾਲ ਸਾਹਿਬ ਪਹਿਲੀ ਸਰਕਾਰ ਸਾਡੀ ਆਈ ਹੈ ਕਿ ਸਾਨੂੰ ਤੁਸੀਂ ਮੌਕਾ ਦਿੱਤਾ, ਪਹਿਲਾਂ ਪੈਸੇ ਲੈ ਕੇ ਮੋਟੀਆਂ ਰਕਮਾਂ ਲਾ ਕੇ 5 ਹੁੰਦੀਆਂ ਸੀ, ਕੋਈ ਸ਼ੱਕ ਵਾਲੀ ਗੱਲ ਨਹੀਂ, ਬਿਲਕੁਲ ਠੀਕ ਗੱਲ। ਲੇਕਿਨ ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣੀ ਚਾਹੀਦੀ ਸੀ। ਇਹਦਾ ਮਤਲਬ ਤੁਸੀਂ ਸੁਪਰ ਮੁੱਖ ਮੰਤਰੀ ਤਾਂ ਪੰਜਾਬ ਦੇ ਲੀਡਰ ਤੁਹਾਡੇ ਕੋਲ ਗਏ, ਉੱਥੇ ਫਿਰ ਹੀ ਗਏ ਨਾ। ਦੇਖੋ ਚਲੋ 3 ਟੇਬਲਾਂ ਚੋਂ ਇੱਕ ਟੇਬਲ ਤੇ ਪੱਟੀ ਸਾਹਿਬ ਨੇ ਦਿਖਾਤਾ ਤੁਹਾਨੂੰ, ਉਹ ਪੱਟੀ ਸਾਹਿਬ ਜੀ 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 3 ਟੇਬਲ ਤੁਸੀਂ ਹਾਂਜੀ 3 ਟੇਬਲ ਲੱਗੇ ਨੇ, 3 ਚੋਂ ਇੱਕ ਟੇਬਲ ਤਾਂ ਹੋ ਗਿਆ ਕਲੀਅਰ, ਇੱਕ ਹੋ ਗਿਆ ਭਗਵੰਤ ਮਾਨ। ਦੱਸ ਤੁਹਾਨੂੰ ਉਹ ਆਪ ਬੰਦੇ ਉਹ ਆਪ ਬੰਦ ਰਹੇ ਨੇ, ਉਹ ਆਪ ਕੇਜਰੀਵਾਲ ਸਾਹਿਬ ਦੀ ਸਪੀਚ ਸੁਣ ਲਓ। ਆਪ ਮੈਂ ਇੰਨੀ ਗੱਲ ਸੀ, ਮੇਰੇ ਕੋਲ ਪੰਜਾਬ ਦੇ ਅਫਸਰ ਗਏ, ਕਿਸ ਕੈਪੈਸਿਟੀ ਚ ਗਏ ਤੁਹਾਡੇ ਕੋਲ ਦੱਸ ਸਕਦੇ? ਇਹਦਾ ਸੁਪਰਸੀਡ ਤੁਸੀਂ ਜਾਂ ਦੂਸਰਾ ਟੇਬਲ ਬਾਰੇ ਵੀ ਕਹਿ ਚੁੱਕੇ ਸੀ ਵੀ ਤੁਸੀਂ ਅੱਜ ਦੀ ਕੱਲ ਦੀ ਪਰਸੋਂ ਤੁਹਾਡੇ ਸਾਹਮਣੇ ਇਹ ਜਿਹੜੇ ਸਾਡੇ ਵਪਾਰੀ ਲੋਕ ਨੇ, ਠੇਕੇਦਾਰ ਲੋਕ ਨੇ, ਇਹ ਤੁਹਾਡੇ ਸਾਹਮਣੇ ਆਉਣਗੇ, ਕਹਿਣਗੇ ਜੀ ਅਸੀਂ ਮਿਲ ਕੇ ਆਏ ਹਾਂ ਜੀ ਚੱਡੇ। ਹਾਂ ਚਲੋ ਸਵਿਟਜ਼ਰਲੈਂਡ ਵਾਲਾ ਟੇਬਲ ਤੁਹਾਨੂੰ ਹੈਗਾ ਹੀ ਆ, ਜਿਹੜਾ ਅਸਲੀ ਆ ਉਹ ਡੰਮੀ ਆ, ਜਿਹੜੇ ਨਕਲੀ ਉਹ ਅਸਲੀ। ਚਲੋ ਅਸਲੀ ਡੰਮੀ। ਹੁਣ ਜੇ ਅਸੀਂ ਇਸ ਨੂੰ ਹਵਾ ਬਣਾਉਣੀ ਹੋਵੇ, ਅਸਲੀ ਮੁੱਖ ਮੰਤਰੀ ਡੰਮੀ, ਸੁਪਰ ਸੀਐਮ ਦਿੱਲੀ, ਤੇ ਮਿਡਲ ਵਾਲੇ ਨੂੰ ਕੀ ਕਿਹਾ ਤੁਸੀਂ? ਸੀਨੀਅਰ ਜੀ। ਹਾਂ ਚਲੋ ਬਹੁਤ ਬਹੁਤ ਧੰਨਵਾਦ ਪੱਟੀ ਸਾਹਿਬ, ਬੜੀਆਂ ਪਾਏਦਾਰ ਗੱਲਾਂ ਦੱਸ ਕੇ ਜਾਣੇ ਹੋ ਸਾਡੇ ਸਰੋਤਿਆਂ ਨੂੰ, ਸਾਡੇ ਦਰਸ਼ਕਾਂ ਨੂੰ। ਤੁਹਾਡਾ ਤਹਿ ਦਿਲ ਤੋਂ ਧੰਨਵਾਦ। ਰੱਬ ਰਾਖਾ। ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।